सत श्री अकाल वेख रहे हो तुसी अजीत वैब टीवी। मैं हां नीलम सैनी। खबरां दे इस बुलेटिन दी शुरुआत तो पहला नजर मार लेंदे हां चौणवीआं खबरां ते। जबर जनाह करदिआं एएसआई काबू, महिला कमीशन ने मांगी स्टेटस रिपोर्ट। जलालाबाद जा रहे बैंक मुलाजम तो 45 लाख दी लुट। पंजाब विच बदलिया मौसम दा मिजाज, तेज हवावां ते मींह दी संभावना। नर्स दिहाड़े मौके प्रधानमंत्री ने किया ट्वीट, बोले सेहतमंद भारत प्रति नर्सां दी वचनबद्धता उत्तम। बीबी जगीर कौर वालों तीसरे ऑक्सीजन केयर वार्ड की की गई शुरुआत। ਅਤੇ ਹੁਣ ਖਬਰਾਂ ਦਾ ਵਿਸਥਾਰ। ਬਠਿੰਡਾ ਜ਼ਿਲ੍ਹੇ ਦੇ ਵਿੱਚ ਸੀਆਈਏ ਸਟਾਫ ਦੇ ਏਐਸਆਈ ਨੂੰ ਇੱਕ ਵਿਧਵਾ ਔਰਤ ਨਾਲ ਜ਼ਬਰ ਜਨਾਹ ਕਰਦੇ ਸਮੇਂ ਪਿੰਡ ਬਾਠ ਦੇ ਲੋਕਾਂ ਨੇ ਰੰਗੇ ਹੱਥੀਂ ਫੜ ਲਿਆ। ਦੋਸ਼ੀ ਗੁਰਿੰਦਰ ਸਿੰਘ ਲੋਕਾਂ ਨੂੰ ਦੇਖ ਕੇ ਮੂੰਹ ਲੁਕਾ ਕੇ ਰੋਣ ਲੱਗ ਪਿਆ। ਉਸੇ ਵਕਤ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾਈ ਅਤੇ ਇੰਟਰਨੈਟ ਤੇ ਵਾਇਰਲ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਏਐਸਆਈ ਨੇ ਪੀੜਤਾ ਦੇ ਲੜਕੇ ਉੱਤੇ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਔਰਤ ਦੀ ਮਦਦ ਕਰਨ ਬਦਲੇ ਏਐਸਆਈ ਔਰਤ ਨੂੰ ਬਲੈਕਮੇਲ ਕਰ ਰਿਹਾ ਸੀ। ਉੱਥੇ ਹੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਨੇ ਸਖਤ ਕਾਰਵਾਈ ਕਰਦੇ ਹੋਏ ਸਟੇਟਸ ਰਿਪੋर्ट ਭੇਜਣ ਦੇ ਹੁਕਮ ਦਿੱਤੇ ਨੇ। तकरीबन 20 दिन पहला मैनू एक जनानी ने बाठा पिंड की विधवा जनानी ने कहा भी एक मैनू थाणेदार परेशान कर रहा गुरविंदर सिंह। मैं उन्होंने कहा तो मैनू भी पुट्ठा बोलिया तो उस ते इन्ना लट्टू होया सी कि कहंदा सी मेरे नाल प्यार कर, मेरे नाल संबंध बना। पहलां तो ही 2-3 महीनों तो कर रहा सी परेशान। तो फिर जो वो ना लोट आई तो उन्हें उस बच्चे नूं चक लिया एक दिन 6 तरीक नूं आ गई 9 बजे घरों। तो कुछ पैसे भी चक लिया 50-60 हज़ार रुपया, तो परचा भी देता, पैसे भी ले ले। तो उस तो बाद फिर ब्लैकमेलिंग शुरू करती भी मैं ही गवाही देनी आ, मैनू प्यार हो गया तेरे नाल। 100 तो वध रिकॉर्डिंगां जी उहदियां। तो फिर एक दिन 10 तरीक नूं गड्डी च उहनूं लिजा के उहने बलात्कार किया। फिर कहण लग गया मैं अज 11 तरीक नूं फिर फोन करन लग गया, कहंदा मैं अज रात नूं आऊँगा तेरे घरे। तो असी उन्हें सानू दस्सिया होया सी पहलां भी, फिर असीं आख्या भी आउण दिओ। असी उत्थे पिंड वासियां दे नाल रल के ट्रैप ला के ते जदों ओह घरे आया तो उन्हें बलात्कार करना शुरू किया। असीं उहनूं रंगे हत्थी उपरों फड़िया जी, ते असीं उहदे खिलाफ सख्त कार्रवाई की मंग करते हैं। ਜਿਹੜੇ ਬੱਚੇ ਤੇ ਪਰਚਾ ਦਿੱਤਾ ਸੀ ਉਹ ਕੀ ਨਜਾਇਜ਼ ਹੀ ਦਿੱਤਾ ਉਹ ਨਜਾਇਜ਼, ਬਿਲਕੁਲ ਨਜਾਇਜ਼ ਜੀ। ਇਹਨਾਂ ਦੀਆਂ ਫੋਨ ਕਾਲ ਦੀਆਂ ਜਿਹੜੀਆਂ ਲੋਕੇਸ਼ਨਾਂ ਕਢਾਈਆਂ ਜਾਣ, ਉਹਨੂੰ ਘਰੋਂ ਲਿਆਇਆ 6 ਤਰੀਕ ਨੂੰ 9 ਵਜੇ, ਤੇ ਉਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜੀ। ਸੈੱਟ ਬਣਾ ਕੇ ਅਸੀਂ ਸੈੱਟ ਤੋਂ ਮੰਗ ਕਰਦੇ ਹਾਂ ਵੀ ਸੈੱਟ ਬਣਾਈ ਜਾਵੇ। ਗੁਜ਼ਰੀ ਰਾਤ ਇੱਕ ਬਹੁਤ ਹੀ ਘਿਨਾਉਣਾ ਇਨਸੀਡੈਂਟ ਹੋਇਆ ਸੀਗਾ ਥਾਣਾ ਨਥਾਣੇ ਦੇ ਏਰੀਏ ਦੇ ਵਿੱਚ, ਜਿੱਥੇ ਕਿ ਸਾਡਾ ਇੱਕ ਡਿਸਟ੍ਰਿਕਟ ਪੁਲਿਸ ਦਾ ਏਐਸਆਈ ਗੁਰਵਿੰਦਰ ਸਿੰਘ 2315 ਜਿਸ ਦਾ ਨੰਬਰ ਹੈਗਾ, ਉਹ ਇੱਕ ਵਿਧਵਾ ਔਰਤ ਦੇ ਘਰ ਜਾ ਕੇ ਇਤਰਾਜ਼ਯੋਗ ਹਾਲਤ ਦੇ ਵਿੱਚ ਉਹਦੇ ਔਰਤ ਦੇ ਰਿਸ਼ਤੇਦਾਰਾਂ ਵੱਲੋਂ ਉਸ ਨੂੰ ਫੜਿਆ ਗਿਆ ਹੈ ਮੌਕੇ 'ਤੇ। ਅਤੇ ਜਦੋਂ ਇਹ ਇਨਫੋਰਮੇਸ਼ਨ ਮੇਰੇ ਪਾਸ ਪੁੱਜੀ ਸੀਗੀ ਤਾਂ ਮੈਂ ਤੁਰੰਤ ਆਪਣੇ ਜਿਹੜੇ ਕੰਸਰਨਡ ਐਸਐਚਓ ਹੈਗੇ ਆ ਉਹਨਾਂ ਨੂੰ ਡਾਇਰੈਕਸ਼ਨਸ ਦਿੱਤੀ ਸੀ ਵੀ ਇਮੀਡੀਏਟਲੀ ਲੜਕੀ ਨੂੰ ਇੱਥੇ ਹਸਪੀਟਲ ਸ਼ਿਫਟ ਕਰਕੇ ਉਸ ਦਾ ਸਟੇਟਮੈਂਟ ਰਿਕਾਰਡ ਕੀਤੀ ਜਾਵੇ। ਉਹ ਲੇਡੀ ਦੀ ਸਟੇਟਮੈਂਟ ਅਸੀਂ ਰਿਕਾਰਡ ਕਰਕੇ ਅਤੇ ਅਸੀਂ ਐਫਆਈਆਰ ਰਜਿਸਟਰ ਕਰ ਲਈ ਹੈਗੀ ਹੈ। ਐਫਆਈਆਰ ਨੰਬਰ 68 ਡੇਟਡ 12/5/81 ਅੰਡਰ ਸੈਕਸ਼ਨ 376 ਥਾਣਾ ਨਥਾਣਾ। ਅਤੇ ਇਸ ਦੇ ਵਿੱਚ ਅਸੀਂ ਜਿਹੜਾ ਅਕਿਊਜ਼ ਹੈਗਾ ਉਸ ਨੂੰ ਅਰੈਸਟ ਕਰ ਲਿਆ ਹੈਗਾ। ਜਲਾਲਾਬਾਦ ਸ਼੍ਰੀ ਮੁਕਤਸਰ ਸਾਹਿਬ ਸੜਕ ਤੇ ਸਥਿਤ ਪਿੰਡ ਚੱਕ ਸੈਦੋਂ ਦੇ ਸੀਮ ਨਾਲੇ ਤੇ ਬੈਂਕ ਕਰਮਚਾਰੀਆਂ ਤੋਂ 45 ਲੱਖ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਮੁਲਾਜ਼ਮਾਂ ਨੇ ਦੱਸਿਆ ਕਿ ਕੋਟਕ ਮਹਿੰਦਰਾ ਬੈਂਕ ਦੇ ਮੁਲਾਜ਼ਮ ਗੁਰਪ੍ਰਤਾਪ ਅਤੇ ਲਵਪ੍ਰੀਤ ਸ਼੍ਰੀ ਮੁਕਤਸਰ ਸਾਹਿਬ ਬ੍ਰਾਂਚ ਤੋਂ ਲਗਭਗ 45 ਲੱਖ ਰੁਪਏ ਲੈ ਕੇ ਜਲਾਲਾਬਾਦ ਆ ਰਹੇ ਸਨ। ਜਦੋਂ ਪਿੰਡ ਸੈਦੋਂ ਦੇ ਚੱਕ ਕੋਲ ਰਾਧਾ ਸੁਆਮੀ ਸਤਸੰਗ ਘਰ ਦੇ ਕੋਲ ਪਹੁੰਚੇ ਤਾਂ ਮੋਟਰਸਾਈਕਲ ਸਵਾਰ 2 ਨੌਜਵਾਨਾਂ, ਜਿਨ੍ਹਾਂ ਵਿੱਚੋਂ ਚਾਲਕ ਨੇ ਹੈਲਮਟ ਪਾਇਆ ਹੋਇਆ ਸੀ, ਉਹਨਾਂ ਨੇ ਕਾਰ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਕਾਰ ਰੋਕਣ ਲਈ ਕਿਹਾ। ਕਾਰ ਰੋਕਣ ਤੋਂ ਬਾਅਦ ਲੁਟੇਰਿਆਂ ਨੇ ਉਹਨਾਂ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਨਕਦੀ ਲੁੱਟ ਕੇ ਫਰਾਰ ਹੋ ਗਏ। ਡੀਐਸਪੀ ਜਲਾਲਾਬਾਦ ਪਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਟਕ ਮਹਿੰਦਰਾ ਬੈਂਕ ਦੇ ਮੁਲਾਜ਼ਮ ਆਪਣੀ ਨਿੱਜੀ ਗੱਡੀ 'ਚ ਬਿਨਾਂ ਕਿਸੇ ਸੁਰੱਖਿਆ ਗਾਰਡ ਤੋਂ 45 ਲੱਖ ਰੁਪਏ ਲੈ ਕੇ ਆ ਰਹੇ ਸਨ ਅਤੇ ਲੁੱਟ ਦਾ ਸ਼ਿਕਾਰ ਹੋ ਗਏ। ਉਹਨਾਂ ਦੱਸਿਆ ਕਿ ਇਸ ਬਾਰੇ ਜਾਂਚ ਫਿਲਹਾਲ ਚੱਲ ਰਹੀ ਹੈ। हादसा सर असी कोटक महिंद्रा बैंक जलालाबाद के मुलाजम जी, तो असी कैश लैन गए थे मुक्तसर साहिब जो अपनी कोटक महिंद्रा की ब्रांच है। तो
ਅਸੀਂ ਲਗਭਗ ਉੱਥੋਂ 11 ਕੁ ਵਜੇ ਚੱਲੇ ਹਾਂ ਕੈਸ਼ ਲੈ ਕੇ, ਤੇ ਆਪਣੇ ਸੈਦੋ ਕੇ ਰਾਧਾ ਸਵਾਮੀ ਸਤਸੰਗ ਘਰ ਕੋਲੇ ਸਾਡੇ ਤੇ ਫਾਇਰਿੰਗ ਹੋਣੀ ਸ਼ੁਰੂ ਹੋ ਗਈ। ਤੇ ਗੱਡੀ ਰੋਕਣ ਬਾਰੇ ਕਹਿ ਰਹੇ ਸੀ, ਗੱਡੀ ਅਸੀਂ ਰੋਕ ਲਈ ਜੀ। ਸ਼ੀਸ਼ਾ ਅਸੀਂ ਖੋਲ ਨਹੀਂ ਰਹੇ ਸੀ, ਬਾਕੀ ਉਹਨੇ ਇਸ਼ਾਰਾ ਕੀਤਾ ਰਿਵਾਲਵਰ ਦੀ ਨੋਕ ਤੇ ਵੀ ਸ਼ੀਸ਼ਾ ਖੋਲੋ ਜਾਂ ਬਾਰੀ ਖੋਲੋ। ਬਾਰੀ ਖੋਲ੍ਹਣੀ ਪਈ ਸਰ, ਬਾਰੀ ਖੋਲ੍ਹੀ ਤੇ ਉਹਨਾਂ ਅੱਖਾਂ 'ਚ ਮਰਚਾਂ ਪਾਈਆਂ ਸਰ। ਕਿੰਨੇ ਲੋਕ ਸਨ? 2 ਜਣੇ ਸੀ ਸਰ, ਕਿੰਦੇ ਤੇ? ਬਾਈਕ ਤੇ ਸੀਗੇ। ਬਾਈਕ ਤੇ ਸੀਗੇ? ਹਾਂਜੀ ਸਰ। ਅੱਛਾ, ਮੂੰਹ ਬੰਨੇ ਹੋਏ ਸੀ ਉਹਨਾਂ ਦੇ? ਜਿਹਨੇ ਲੁੱਟ ਕੀਤੀ ਉਹਦਾ ਮੂੰਹ ਨਹੀਂ ਬੰਨਿਆ ਹੋਇਆ ਸੀਗਾ ਜੀ। ਤੇ ਜਿਹੜਾ ਡਰਾਈਵ ਕਰ ਰਿਹਾ ਸੀ ਉਹਨੇ ਹੈਲਮਟ ਪਾਇਆ ਹੋਇਆ ਸੀ। ਫਿਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਅੱਖਾਂ 'ਚ ਉਹਨਾਂ ਪਾਈਆਂ ਹੀ ਮਰਚਾਂ ਜੀ। ਤੇ ਗੰਦੀਆਂ ਗਾਲਾਂ ਵੀ ਕੱਢ ਰਹੇ ਸੀਗੇ। ਤੇ ਪਿਛਲੀ ਉਹਨਾਂ ਬਾਰੀ ਖੋਲੀ, ਟਰੰਕ ਚੱਕਿਆ, ਮੈਨੂੰ ਕਹਿੰਦੇ ਮੋਬਾਈਲ ਕੱਢ, ਮੋਬਾਈਲ ਕੱਢ। ਮੋਬਾਈਲ ਦੇ ਦਿੱਤਾ ਮੈਂ ਉਹਨਾਂ ਨੂੰ। ਫਿਰ ਘੁੰਮ ਕੇ ਜੀ ਉਹ ਆ ਗਏ ਡਰਾਈਵਰ ਸਾਈਡ। ਫਿਰ ਉਹਦੇ ਅੱਖਾਂ 'ਚ ਮਰਚਾਂ ਪਾਈਆਂ ਤੇ ਉਹਦਾ ਵੀ ਮੋਬਾਈਲ ਖੋਹ ਲਿਆ ਤੇ ਜਲਾਲਾਬਾਦ ਵਾਲੀ ਸਾਈਡ ਨੂੰ ਚੱਲ ਗਏ। ਕਿੰਨੀ ਪੇਮੈਂਟ ਸੀਗੀ? 45 ਲੱਖ ਰੁਪਇਆ ਸੀਗਾ ਜੀ। 45 ਲੱਖ ਰੁਪਏ ਸੀ? ਹਾਂਜੀ। ਉਹਨਾਂ ਟਰੰਕ ਵਿਚਕਾਰ ਰੱਖਿਆ ਤੇ ਜਲਾਲਾਬਾਦ ਵੱਲ ਦੀ ਚੱਲ ਗਏ। ਕਿਹੜਾ ਬੈਂਕ ਸੀਗਾ ਜੀ ਇਹ? ਕੋਟਕ ਮਹਿੰਦਰਾ ਬੈਂਕ। ਇਹ ਕੋਟਕ ਮਹਿੰਦਰਾ ਬੈਂਕ ਦੇ ਮੁਲਾਜ਼ਮ ਹੈਗੇ ਆ ਜਿਹੜੇ ਮੁਕਤਸਰ ਫਰੀਦਕੋਟ ਵਿੱਚ 45 ਲੱਖ ਰੁਪਈਆ ਆਪਣੀ ਕਾਰ ਦੇ ਉੱਤੇ ਲੈ ਕੇ ਆ ਰਹੇ ਸੀ। ਇੱਥੇ ਫਰੀਦਕੋਟ ਆ ਕੇ 2 ਮੋਟਰਸਾਈਕਲ ਸਵਾਰ ਸੀਗੇ, ਉਹਨਾਂ ਕੋਲ ਪਿਸਤਲ ਸੀ। ਉਹਨਾਂ ਨੇ ਇਹਨਾਂ ਦੇ ਟਾਇਰ ਦੇ ਵਿੱਚ ਪਹਿਲਾਂ 2 ਫਾਇਰ ਕੀਤੇ। ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਰੁਕੇ ਤਾਂ ਮੋਟਰਸਾਈਕਲ ਉਹਨਾਂ ਨੇ ਅੱਗੇ ਲਾ ਲਿਆ ਤੇ ਇਹਨਾਂ ਨੇ ਕਾਰ ਜਿਹੜੀ ਹੈਗੀ ਜਿਹੜਾ ਸਪੌਟ ਹੈ ਇੱਥੇ ਰੋਕ ਲਈ। ਤਾਂ ਉਹਨਾਂ ਨੇ ਬਾਰੀ ਖੋਲ੍ਹ ਕੇ ਇਹਨਾਂ ਦੀਆਂ ਅੱਖਾਂ ਦੇ ਵਿੱਚ ਮਰਚਾਂ ਪਾ ਦਿੱਤੀਆਂ। ਮਰਚਾਂ ਪਾ ਕੇ ਟਰੰਕ ਜਿਹੜਾ ਹੈਗਾ ਉਹਨਾਂ ਨੇ ਪਿਛਲੀ ਸੀਟ 'ਤੇ 45 ਲੱਖ ਰੁਪਏ ਪਿਆ ਸੀ, ਉਹ ਚੁੱਕ ਕੇ ਆਪਣੇ ਮੋਟਰਸਾਈਕਲ ਦੇ ਉੱਤੇ ਰੱਖਿਆ ਤੇ ਜਾਂਦੀ ਵਾਰੀ ਉਹਦੇ ਸ਼ੀਸ਼ੇ ਦੇ ਉੱਤੇ ਪਰਸਨਲ ਗੱਡੀ ਸੀ ਉਹਨਾਂ ਦੀ? ਪਰਸਨਲ ਗੱਡੀ ਸੀ। ਕੋਈ ਬੋਡੀਗਾਰਡ ਨਹੀਂ, ਕੋਈ ਇਹਨਾਂ ਦਾ ਅਰੇਂਜਮੈਂਟ ਨਹੀਂ ਸੀਗਾ। ਤੇ ਕਹਿੰਦੇ ਵੀ ਵੈਸੇ ਅੱਗੇ ਰੂਟੀਨ 'ਚ ਨਹੀਂ ਅਸੀਂ ਲਿਆਉਂਦੇ, ਸਾਨੂੰ ਮੈਸੇਜ ਆਇਆ ਸੀ ਕਿ ਆ ਕੇ ਕੈਸ਼ ਅਸੀਂ ਸਾਰੇ ਇਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ। CCTV ਫੁਟੇਜ ਵੀ, ਮੋਬਾਈਲ ਵੀ ਇਹਨਾਂ ਦੇ 2 ਜਿਹੜੇ ਹੈਗੇ ਉਹ ਵੀ ਨਾਲ ਲੈ ਗਏ ਨੇ। ਉਹਨਾਂ ਦੇ ਉੱਤੇ ਵੀ ਬੰਦੇ ਨੂੰ ਥੋੜ੍ਹਾ ਪਛਾਣਨ ਦੀ ਕੋਸ਼ਿਸ਼ ਕਰਦੇ। ਜਿਹੜੇ ਮਾੜੇ ਅਨਸਰ ਹੈ ਸਾਰੇ ਉਹਨਾਂ ਨੂੰ ਚੈੱਕ ਕਰਾਂਗੇ। CCTV ਕੈਮਰਿਆਂ ਦੀ ਤੇ ਹੋਰ ਜਿਹੜੀ ਹੈਗੀ ਹੈ। ਪੰਜਾਬ ਦੇ ਵਿੱਚ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ। ਬੀਤੇ 2-3 ਦਿਨਾਂ ਤੋਂ ਮੌਸਮ ਬੱਦਲਵਾਈ ਵਾਲਾ ਬਣਿਆ ਹੋਇਆ ਹੈ। ਕਈ ਥਾਵਾਂ ਤੇ ਰੁਕ-ਰੁਕ ਕੇ ਮੀਂਹ ਵੀ ਪੈ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੀ 14 ਮਈ ਤੱਕ ਮੌਸਮ ਅਜਿਹਾ ਹੀ ਬਣਿਆ ਰਹੇਗਾ। ਇਸ ਦੌਰਾਨ ਤੇਜ਼ ਹਵਾਵਾਂ ਅਤੇ ਬਾਰਿਸ਼ ਦੀ ਸੰਭਾਵਨਾ ਵੀ ਹੈ। ਉਨ੍ਹਾਂ ਕਿਹਾ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਈ ਮਹੀਨੇ ਵਿੱਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੌਸਮ ਖੇਤੀ ਲਈ ਵੀ ਲਾਹੇਵੰਦ ਹੈ। ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਮਈ ਦੇ ਵਿੱਚ ਕਾਫੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਪਹਿਲਾਂ ਵੀ, ਔਰ ਜਿਸ ਤਰ੍ਹਾਂ ਕੱਲ੍ਹ ਵੀ ਦੇਖ ਰਹੇ ਹਾਂ ਕਿ 2.5 ਮਿਲੀਮੀਟਰ ਜਿਹੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਸੋ ਜੇ ਆਪਾਂ ਨਾਰਮਲੀ ਗੱਲ ਕਰੀਏ ਤਾਂ 30-31 ਮਿਲੀਮੀਟਰ ਜਿਹੜੀ ਹੈ ਮਈ ਦੀ ਜਿਹੜੀ ਬਾਰਿਸ਼ ਉਹ ਲੁਧਿਆਣੇ ਵਿੱਚ ਹੁੰਦੀ ਹੈ। ਪਰ ਇਸ ਵਾਰੀ ਜਿਸ ਤਰ੍ਹਾਂ ਕਿ ਲੱਗ ਰਿਹਾ ਹੈ ਕਿ ਕਾਫੀ ਸਿਸਟਮ ਜਿਹੜਾ ਫ੍ਰੀਕੁਐਂਟਲੀ ਆ ਰਿਹਾ ਹੈਗਾ, ਉਹਦੇ ਨਾਲ ਹੋ ਸਕਦਾ ਹੈ ਕਿ ਬਾਰਿਸ਼ ਜਿਹੜੀ ਹੈ ਨਾਰਮਲ ਤੋਂ ਜ਼ਿਆਦਾ ਰਹੇ, ਕਿਉਂਕਿ ਹੁਣ ਵੀ ਅੱਗੋਂ ਆਉਣ ਵਾਲੇ ਪੂਰਾ ਹਫ਼ਤਾ ਹੀ ਜਿਹੜਾ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈ, ਔਰ ਜਿਹੜੀ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ। ਸੋ ਜਿਹੜੀ IMD ਦੀਆਂ ਪ੍ਰੈਡਿਕਸ਼ਨਸ ਨੇ ਉਹਦੇ ਹਿਸਾਬ ਨਾਲ ਤਾਂ ਜਿਹੜਾ ਹਾਲੇ ਕਰੰਟ ਜਿਹੜਾ ਇਹ ਚੱਲ ਰਿਹਾ ਵੀਕ ਹੈ, ਉਹਦੇ ਵਿੱਚ 12, 13, 14 ਨੂੰ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚ ਹੀ ਕੁਝ ਵੀ ਚੱਕਰਵਾਤ ਪੂਰੇ ਸਰਗਰਮ ਰਹਿਣਗੇ, ਔਰ ਉਹਦੇ ਨਾਲ ਬਾਰਿਸ਼ ਪੈ ਸਕਦੀ ਹੈ ਤੇ ਕਿਤੇ ਹਨੇਰੀ ਵੀ ਚੱਲ ਸਕਦੀ ਹੈ। ਕਾਫੀ ਜਿਹੜੀ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈਗੀ ਹੈ, ਔਰ ਕਿਤੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਗੜੇ ਵੀ ਪੈ ਸਕਦੇ ਆ। ਸੋ ਜਿਹੜਾ ਇਹ 12, 13, 14 ਦਾ ਥੋੜ੍ਹਾ ਜਿਹਾ ਮਤਲਬ ਡਿਸਟਰਬੈਂਸ ਵਾਲਾ ਟਾਈਮ ਰਹੂਗਾ, ਔਰ ਉਸ ਤੋਂ ਬਾਅਦ ਫਿਰ ਮੌਸਮ ਹੌਲੀ ਹੌਲੀ ਗ੍ਰੈਜੂਅਲੀ ਠੀਕ ਹੋਣਾ ਸ਼ੁਰੂ ਹੋਏਗਾ। ਬਟ ਫਿਰ ਐਂਡ ਆਫ ਮੇ ਦੇ ਵਿੱਚ ਦੂਸਰਾ ਜਿੱਦਾਂ ਚਾਂਸਿਸ ਹੈਗੇ ਆ ਕਿ ਬਾਰਿਸ਼ ਦਾ ਇੱਕ ਵਾਰੀ ਹੋਰ ਉਹ ਜਿਹੜਾ ਸਿਸਟਮ ਬਣੇਗਾ। ਸੋ ਲੱਗਦਾ ਹੈ ਕਿ ਇਸ ਵਾਰੀ ਜਿਹੜੀ ਨਾਰਮਲ ਨਾਲੋਂ ਜ਼ਿਆਦਾ ਜਿਹੜੀ ਬਾਰਿਸ਼ ਆ ਮਈ ਦੇ ਵਿੱਚ ਉਹ ਹੋਣ ਦੀ ਸੰਭਾਵਨਾ ਹੈ। ਦੇਸ਼ ਵਿੱਚ ਕੋਰੋਨਾ ਮਹਾਮਾਰੀ ਫੈਲੀ ਹੋਈ ਹੈ। ਇਸ ਵੇਲੇ ਮਰੀਜ਼ਾਂ ਨੂੰ ਬਚਾਉਣ ਲਈ ਜਿੱਥੇ ਦਵਾਈਆਂ ਅਤੇ ਵੈਕਸੀਨ ਦਾ ਨਿਰਮਾਣ ਹੋ ਰਿਹਾ ਹੈ, ਉੱਥੇ ਇਸ ਵਿੱਚ ਅਹਿਮ ਕਿਰਦਾਰ ਡਾਕਟਰ ਅਤੇ ਉਹਨਾਂ ਨਰਸਾਂ ਦਾ ਹੈ ਜੋ ਇਸ ਵੇਲੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕੋਰੋਨਾ ਮਰੀਜ਼ਾਂ ਦੀ ਸੇਵਾ 'ਚ ਜੁਟੀਆਂ ਨੇ। ਇਸ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਖਿਲਾਫ ਜਾਰੀ ਲੜਾਈ ਦੇ ਵਿੱਚ ਫਰੰਟ ਲਾਈਨ ਤੇ ਤੈਨਾਤ ਨਰਸਾਂ ਦਾ ਧੰਨਵਾਦ ਕਰਦੇ ਹੋਏ ਬੁੱਧਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਸਿਹਤਮੰਦ ਭਾਰਤ ਪ੍ਰਤੀ ਉਹਨਾਂ ਦੀ ਵਚਨਬੱਧਤਾ ਉੱਤਮ ਹੈ। ਉਧਰ ਦੂਜੇ ਪਾਸੇ ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ। ਲੁਧਿਆਣਾ ਵਿੱਚ ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਨਰਸਾਂ ਵੱਲੋਂ ਆਮ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ।
On the occasion of Nurses Day, firstly I want to wish all nurses happy Nurses Day. एक बात मैं जो सब Nurses Day पे सभी को अपील करना चाहती हूँ, जो हमारी नर्सिस हैं ये बहुत दूर से आती हैं, ठीक है, कोई पटियाले से आती है, कोई रायकोट से आती है और आउट ऑफ स्टेशन कोई जम्मू से है और कोई हिमाचल से हैं। ये लोग अपना घर छोड़ के यहाँ पे बैठे हैं और इनकी एक मंथ में 15 डेज़ भी ड्यूटी आती है और नियर अबाउट हमारी सभी नर्सिस ने 1.5 ईयर में 8 मंथ ड्यूटी कर चुके हैं। और देखो इनके लिए भी बहुत मुश्किल है, इनके जो बेबीज़ हैं सम स्टाफ के उनके 6 मंथ के बेबी हैं, वो अपना घर छोड़ के यहाँ पे बैठे हैं। तो मेरे सभी को ये अपील है कि अपने घर पे बैठें, बाहर ना निकलें, जो आपको नेसेसिटी वर्क की है उसी के लिए आप बाहर आओ, अदरवाइज़ आपको नहीं आना चाहिए और अपने जो डिस्टेंस है वो प्रॉपर मेंटेन करना चाहिए। ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਮਤੀ ਜਾਨਾਂ ਬਚਾਉਣ ਲਈ ਅਣਥੱਕ ਯਤਨ ਕੀਤੇ ਜਾ ਰਹੇ ਨੇ। ਕਮੇਟੀ ਵੱਲੋਂ ਥਾਂ-ਥਾਂ ਆਕਸੀਜਨ ਦਾ ਲੰਗਰ, ਆਕਸੀਜਨ ਵੈਂਟੀਲੇਟਰ, ਐਂਬੂਲੈਂਸ ਅਤੇ ਡਾਕਟਰੀ ਟੀਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਨ੍ਹਾਂ ਯਤਨਾਂ ਤਹਿਤ ਹਲਕਾ ਭੁਲੱਥ ਰਾਇਲ ਰਿਜ਼ੋਰਟ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਤੀਸਰੇ ਆਕਸੀਜਨ ਕੇਅਰ ਸੈਂਟਰ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਹਲਕਾ ਭੁਲੱਥ ਅੰਦਰ ਜਿੱਥੇ ਲੋੜਵੰਦ ਲੋਕਾਂ ਲਈ ਇੱਕ ਕੇਅਰ ਸੈਂਟਰ ਦੀ ਬੜੀ ਵੱਡੀ ਜ਼ਰੂਰਤ ਸੀ, ਉੱਥੇ ਆਕਸੀਜਨ ਅਤੇ ਖਾਣ ਪੀਣ ਨੂੰ ਲੰਗਰ ਸੇਵਾਵਾਂ ਤੋਂ ਇਲਾਵਾ ਐਮਰਜੈਂਸੀ ਹਾਲਾਤ ਲਈ ਐਂਬੂਲੈਂਸਾਂ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਡਾਕਟਰਸ ਦੀ ਟੀਮ ਵੀ ਤਾਇਨਾਤ ਕੀਤੀਆਂ ਜਾ ਰਹੀਆਂ ਨੇ। ਸਾਡਾ ਸ਼ਹਿਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਗੁਰਦੁਆਰਾ ਹੈ, ਉਹਨੂੰ ਅਸੀਂ ਪੂਰੇ ਦੇ ਪੂਰੇ ਨੂੰ ਕਰੋਨਾ ਨੂੰ ਅਸੀਂ ਡੈਡੀਕੇਟ ਕਰਦੇ। ਅਸੀਂ 25 ਬੈੱਡ ਤਿਆਰ ਕੀਤਾ, ਲੇਕਿਨ ਇੱਥੇ 25 ਹੀ ਡਾਕਟਰ ਲੱਗਣਗੇ, ਡਾਕਟਰਸ ਵੀ ਨਰਸਸ ਵੀ 25-30 ਦਾ ਸਟਾਫ ਇੱਥੇ ਲਗਾਤਾਰ ਰਹੇਗਾ। ਹੁਣ ਇੰਨਾ ਸਟਾਫ ਤਿੰਨਾਂ ਥਾਵਾਂ ਤੇ ਲੱਗ ਗਿਆ, ਬਾਕੀ ਥਾਵਾਂ ਤੇ ਲੱਗਣਾ ਹੈ। ਰੋਪੜੀ ਹਸਪੀਟਲਸ ਨੂੰ ਪੂਰਾ ਸਟਰੈਂਥਨਿੰਗ ਕਰ ਰਹੇ। ਅਸੀਂ 2 ਵੱਡੇ ਜਨਰੇਟਰ ਜਿਹੜੇ ਕਿ ਕਰੋੜਾਂ ਵਿੱਚ ਨੇ, ਸਾਡੀ ਲੋੜ ਹੈ, ਗੱਲ ਕਰੋੜਾਂ ਦੀ ਨਹੀਂ ਹੈ, ਗੱਲ ਹੈ ਖਰਚ ਕਰਕੇ ਅਸੀਂ ਲੈ ਰਹੇ ਹਾਂ ਕਿ ਸਾਡੇ ਕਿਸੇ ਦੇ ਹਸਪੀਟਲਸ ਦੇ ਵਿੱਚ ਮਨੁੱਖਤਾ ਦੀ ਸੇਵਾ ਅਸੀਂ ਪਰਫੈਕਟਲੀ ਕਰ ਸਕੀਏ। ਆਕਸੀਜਨ ਪੈਦਾ ਕਰਨੀ, ਸਿਲੰਡਰ ਉਹਨਾਂ ਨੇ ਵੱਧ ਤੋਂ ਵੱਧ ਆਕਸੀਜਨ ਜਿਹੜੀ ਪ੍ਰੋਵਾਈਡ ਕਰਨੀ ਉਹ ਖਰੀਦ ਰਹੇ ਹਾਂ। ਉੱਥੇ ਨਾਲ ਸਾਡਾ ਪਲਾਂਟ ਜਿਹੜਾ ਲੱਗਣਾ ਹੈ ਆਕਸੀਜਨ ਦਾ, ਉਹਦੇ ਵਾਸਤੇ ਭਾਰਤ ਸਰਕਾਰ ਦੀਆਂ ਸਾਰੀਆਂ ਮਨਜ਼ੂਰੀਆਂ ਹੋ ਚੁੱਕੀਆਂ। ਸਾਡਾ ਸਾਰਾ ਪਲੇਟਫਾਰਮ ਤਿਆਰ ਹੋ ਚੁੱਕਾ ਹੈ। ਜਿਹੜੀ ਆਈਨੌਕਸ ਜਿਹੜੀ ਕੰਪਨੀ ਹੈ, ਲਿਕੁਇਡ ਆਕਸੀਜਨ ਜਿਨ੍ਹਾਂ ਨੇ ਪਲਾਂਟ ਲਿਆ ਕੇ ਰੱਖਣਾ ਉੱਥੇ, ਜਿਨ੍ਹਾਂ ਨੇ ਲਿਆ ਕੇ ਟੈਂਕਰ ਰੱਖਣਾ ਉੱਥੇ, ਉਹ ਟੈਂਕਰ ਲਿਆਉਣ ਵਿੱਚ ਸਾਡਾ MOU ਹੋ ਚੁੱਕਾ ਹੈ। ਕਦੋਂ ਆਵੇ? ਛੇਤੀ ਆਉਣਾ ਸੀ, 1 ਹਫ਼ਤੇ ਦੇ ਵਿੱਚ, ਲੇਕਿਨ ਗਵਰਨਮੈਂਟ ਆਫ ਇੰਡੀਆ ਨੇ ਉੱਥੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਜਿੱਥੇ ਗਵਰਨਮੈਂਟ ਆਫ ਇੰਡੀਆ ਕਹੇਗੀ ਟੈਂਕਰ ਕੇਵਲ ਉੱਥੇ ਜਾ ਸਕਦਾ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੈਕਸੀਨ ਦੀ ਘਾਟ ਵਧਦੀ ਜਾ ਰਹੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕੋਵੈਕਸੀਨ ਦੀ ਸਪਲਾਈ ਰੁਕ ਗਈ ਹੈ। ਦਿੱਲੀ ਦੀ ਸਥਿਤੀ ਇਹ ਹੈ ਕਿ ਹੁਣ ਇਹ 100 ਵੈਕਸੀਨ ਕੇਂਦਰਾਂ ਨੂੰ ਬੰਦ ਕਰਨ ਦੀ ਨੌਬਤ ਆ ਗਈ ਹੈ। ਮਨੀਸ਼ ਸਿਸੋਦੀਆ ਦੇ ਮੁਤਾਬਕ ਦਿੱਲੀ ਸਰਕਾਰ ਨੇ ਕੁੱਲ 1 ਕਰੋੜ 34 ਲੱਖ ਕੋਰੋਨਾ ਵੈਕਸੀਨ ਦੀ ਮੰਗ ਕੀਤੀ ਸੀ। ਇਸ ਵਿੱਚ 67 ਲੱਖ ਕੋਵੈਕਸੀਨ ਸ਼ਾਮਿਲ ਸੀ, ਪਰ ਹੁਣ ਭਾਰਤ ਬਾਇਓਟੈਕ ਦੀ ਕੋਵੈਕਸੀਨ ਵਾਲਿਆਂ ਵੱਲੋਂ ਜਵਾਬ ਆਇਆ ਹੈ ਕਿ ਉਹ ਵੈਕਸੀਨ ਨਹੀਂ ਦੇ ਸਕਦੇ। ਇਸ ਕਰਕੇ ਮਨੀਸ਼ सिसोदिया ने केंद्र सरकार ਨੂੰ ਵੀ ਘੇਰਿਆ है। मैं फिर से रिक्वेस्ट करूंगा केंद्र सरकार से कि देश में, राष्ट्र में इस समय जो संकट है उसकी गंभीरता को समझें और एक राष्ट्र की सरकार की भूमिका निभाएं। ये राज्य इंटरनेशनल मार्केट में चले जाएं, राज्य इंटरनेशनल टेंडर कर दें, वो करेंगे ही, आप नहीं करोगे तो करेंगे राज्य, लेकिन केंद्र सरकार की भूमिका है इस समय, वो निभाएं। एक्सपोर्ट सारा बंद करें और जैसा अरविंद केजरीवाल जी ने कल माननीय मुख्यमंत्री जी ने कहा था कि इन दोनों कंपनियों की प्रोडक्शन कैपेसिटी लिमिटेड है, इनसे फॉर्मूला लेके सारी कंपनियों को, देश में जितनी भी कंपनियां वैक्सीन बना सकती हैं उनको सबको इसका फॉर्मूला देके मास स्केल पे प्रोडक्शन कराएं। नहीं तो ये 3rd वेव, 4th वेव, 5th वेव में हमारे लोग वैसे ही मरते रहेंगे जैसे इस 2nd वेव में मरे हैं, वैसे ही हमारे हालात खराब होते रहेंगे। किसी शहर के पहले होंगे, किसी के बाद में होंगे, लेकिन और ये वैक्सीन कंपनियां फिर कहती रहेंगी कि हम आपको सप्लाई नहीं दे सकते, हम तो सेंट्रल गवर्नमेंट के कहने पे देंगे। तो मैं फिर से रिक्वेस्ट करूंगा कि इस बात को ध्यान में रखते हुए कि केंद्र सरकार की भी जिम्मेदारी है, इंटरनेशनल मार्केट में जहां भी वैक्सीन उपलब्ध हो, जो भी वैक्सीन इंडिया में अप्रूव की जा सकती हो उसको अप्रूव करके इंटरनेशनल मार्केट से लेके देश में उपलब्ध कराएं। राज्य सरकारों की जिम्मेदारी रखें कि जैसे ही वैक्सीन आए
वैसे ही 3 महीने के अंदर अंदर राज्य के हर एक व्यक्ति को वैक्सीन लगा दी जाए। किसान मोर्चे ਵੱਲੋਂ ਅੱਜ ਰੂਪਨਗਰ ਜ਼ਿਲ੍ਹੇ ਦੇ ਪਿੰਡ ਅਭਿਆਣਾ ਵਿਖੇ ਕਿਸਾਨ ਮਜ਼ਦੂਰ ਰੈਲੀ ਕੀਤੀ ਗਈ। ਇਸ ਦੇ ਵਿੱਚ ਕਿਸਾਨ ਮੋਰਚੇ ਦੇ ਵੱਡੇ ਆਗੂ ਸ਼ਾਮਿਲ ਹੋਏ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੀ ਪ੍ਰਾਪਤੀਆਂ ਬਾਰੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨ ਅੱਜ ਵੀ ਆਪਣੇ ਫੈਸਲੇ ਤੇ ਕਾਇਮ ਨੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਖਿਡਾਉਣ ਦੀ ਕੋਈ ਕਸਰ ਛੱਡੀ ਨਹੀਂ, ਪਰ ਕਿਸਾਨ ਉਦੋਂ ਤੱਕ ਘਰ ਨਹੀਂ ਜਾਣਗੇ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ। ਜਿੰਨਾ ਅੰਦੋਲਨ ਲੰਬਾ ਹੋ ਰਿਹਾ ਹੈ ਉਹਨਾਂ ਬੀਜੇਪੀ ਦਾ ਸੱਤਿਆਨਾਸ਼ ਹੋ ਰਿਹਾ ਹੈ। ਇਹ ਸਟੇਟ ਦਰ ਸਟੇਟ ਹਾਰਦੀ ਜਾਏਗੀ। ਇਹ ਬੀਜੇਪੀ ਦਾ ਨੁਕਸਾਨ ਹੋ ਰਿਹਾ, ਕਿਸਾਨਾਂ ਦਾ ਫਾਇਦਾ ਹੋ ਰਿਹਾ, ਪੂਰੇ ਦੇਸ਼ ਦੇ ਵਿੱਚ ਅੱਜ ਅੰਦੋਲਨ ਖੜਾ ਹੋ ਰਿਹਾ। ਦੇਖੋ ਅਸੀਂ ਜਾ ਕੇ ਬੰਗਾਲ ਦੇ ਵਿੱਚ ਬੇਨਤੀ ਕੀਤੀ ਸੀ ਲੋਕਾਂ ਨੂੰ ਕਿ ਵੀ ਹੁਣ ਤੁਹਾਡੇ ਹੱਥ 'ਚ ਹੈ, ਹੁਣ ਤੁਹਾਡੀ ਉਂਗਲੀ ਥੱਲੇ ਬਟਨ ਹੈ। ਜੇ ਤੁਸੀਂ ਦੇਸ਼ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਬੀਜੇਪੀ ਦੇ ਐਂਟੀ ਜਿਹੜਾ ਵੀ ਖੜਾ ਹੈ ਉਹਨੂੰ ਜਿਤਾ ਦਿਓ, ਤੇ ਜੇ ਤੁਸੀਂ ਬੀਜੇਪੀ ਕੋਲ ਵੋਟ ਪਾਓਗੇ ਤੇ ਇਹਦਾ ਮਤਲਬ ਉਹਨਾਂ ਨੂੰ ਹੌਸਲਾ ਮਿਲੇਗਾ ਵੀ ਸਾਡੀ ਨੀਤੀਆਂ ਠੀਕ ਨੇ। ਉਹਨਾਂ ਨੂੰ ਠੀਕ ਦੱਸਣ ਦਾ ਤੇ ਗਲਤ ਦੱਸਣ ਦਾ ਤੁਹਾਡੇ ਕੋਲ ਘਰ ਬੈਠਿਆਂ ਕੋਲ ਮੌਕਾ ਹੈ। ਤੁਹਾਨੂੰ ਸੜਕ ਤੇ ਨਹੀਂ ਜਾਣਾ, ਤੁਹਾਨੂੰ ਜੇਲ੍ਹਾਂ 'ਚ ਨਹੀਂ ਜਾਣਾ, ਤੁਸੀਂ ਘਰ ਆਪਣਾ ਬਟਨ ਦੱਬ ਕੇ ਆਪਣਾ ਰੋਸ ਜ਼ਾਹਿਰ ਕਰ ਸਕਦੇ ਹੋ। ਉਹਨਾਂ ਨੇ ਸਾਡੀ ਗੱਲ ਮੰਨੀ ਤੇ ਹੁਣ ਜਿਵੇਂ ਜਿਵੇਂ ਦਾ ਟਾਈਮ ਆਉਂਦਾ ਜਾਏਗਾ, ਯੁੱਧ ਦੇ ਵਿੱਚ ਪਤਾ ਨਹੀਂ ਹੁੰਦਾ ਕੱਲ੍ਹ ਵਾਲਾ ਕਦਮ ਕੀ ਹੋਏਗਾ। ਜਿਹੋ ਜਿਹੀ ਸਰਕਾਰ ਪੈਂਤਰਾ ਬਦਲਦੀ ਹੈ ਉਹ ਜਿਹਾ ਸਾਨੂੰ ਪੈਂਤਰਾ ਬਦਲਣਾ ਪੈਂਦਾ। ਸੋ ਇੱਕ ਬੰਗਾਲ ਦੀ ਲੜਕੀ ਵਾਲਾ ਕੇਸ ਵੀ ਸਾਹਮਣੇ ਆਇਆ ਤੇ ਉਹਦੇ ਬਾਰੇ ਅਫਸੋਸਜਨਕ ਹੈ, ਪਰ ਉਹ ਜਿਹੜਾ ਹੈ ਉਹਦੇ ਨਾਲ ਜਿਹੜੀ ਛੇੜਛਾੜ ਹੋਈ ਹੈ, ਪਹਿਲਾਂ ਉਹਦੇ ਟ੍ਰੇਨ ਜਦੋਂ ਆ ਰਹੀ ਸੀ ਉਦੋਂ ਹੋਈ ਹੈ, ਤੇ ਉਸ ਤੋਂ ਬਾਅਦ ਉਹਨੇ ਕੋਈ ਪਰਚਾ ਲੜਕੀ ਨੇ ਜਾਣ ਕੇ ਦਰਜ ਨਹੀਂ ਕਰਾਇਆ, ਤੇ ਜਿਹੜੇ ਕੋਈ ਆਗੂ ਲੀਡਰ ਸੀ ਉਹਨਾਂ ਨੂੰ ਵੀ ਪਤਾ ਨਹੀਂ ਲੱਗਾ, ਤੇ ਲੜਕੀ ਦਾ ਬਾਪ ਜਦੋਂ ਆਇਆ ਲੜਕੀ ਦੇ ਬਾਪ ਨੇ ਵੀ ਆ ਕੇ ਕਹਿ ਕੇ ਮੈਂ ਪਰਚਾ ਦਰਜ ਨਹੀਂ ਕਰਾਉਣਾ, ਤੇ ਅਸੀਂ ਉਹਨੂੰ ਕਹਿੰਦੇ ਰਹੇ ਪਰਚਾ ਦਰਜ ਕਰਾਉਣਾ ਚਾਹੀਦਾ, ਤੇ ਅਸੀਂ ਸਗੋਂ ਕਹਿ ਕੇ ਉਹਨੂੰ ਪਰਚਾ ਦਰਜ ਕਰਾਇਆ। ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦਾ ਅੱਜ ਬਸਤੀ ਬੂਟੇਵਾਲੀ ਜ਼ੀਰਾ ਸਥਿਤ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ 63 ਸਾਲ ਦੇ ਸਨ। ਇਸ ਤੋਂ ਪਹਿਲਾਂ ਸ਼ਮਸ਼ਾਨ ਘਾਟ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਉਹਨਾਂ ਦੀ ਮ੍ਰਿਤਕ ਦੇਹ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਸਮਾਜਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਹਵਾ ਵਿੱਚ ਫਾਇਰ ਕਰਕੇ ਸਲਾਮੀ ਉਹਨਾਂ ਨੂੰ ਭੇਂਟ ਕੀਤੀ ਗਈ, ਜਿਸ ਤੋਂ ਬਾਅਦ ਚਿਤਾ ਨੂੰ ਮੁੱਖ ਅਗਨੀ ਉਹਨਾਂ ਦੇ ਬੇਟੇ ਮੌਜੂਦਾ ਵਿਧਾਇਕ ਜ਼ੀਰਾ ਕੁਲਬੀਰ ਸਿੰਘ ਜ਼ੀਰਾ ਨੇ ਦਿੱਤੀ। ਅੱਜ ਸਰਦਾਰ ਇੰਦਰਜੀਤ ਸਿੰਘ ਜੀ ਜ਼ੀਰਾ, ਜਿਨ੍ਹਾਂ ਨੇ ਸਿੱਖ ਕੌਮ ਤੇ ਖਾਸ ਕਰਕੇ ਪੋਲਿਟਿਕਸ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਸੀ, ਜਥੇਦਾਰ ਗੁਰਚਰਨ ਸਿੰਘ ਟੌਹਰਾ ਤੋਂ ਲੈ ਕੇ ਤੇ ਕਾਂਗਰਸ ਦੇ ਸਫ਼ਰ ਤੱਕ ਇੱਕ ਬੇਦਾਗ ਸ਼ਖਸੀਅਤ ਅੱਜ ਸਾਡੇ ਤੋਂ ਚਲੇ ਗਏ ਨੇ। ਔਰ ਜਿੱਥੇ ਜ਼ੀਰਾ ਪਰਿਵਾਰ ਨੂੰ, ਕੁਲਬੀਰ ਨੂੰ, ਪ੍ਰਭ ਨੂੰ ਜਿੱਥੇ ਬਹੁਤ ਵੱਡਾ ਘਾਟਾ ਪਿਆ, ਉੱਥੇ ਖਾਸ ਤੌਰ ਤੇ ਮੈਨੂੰ ਆਪਣੇ ਆਪ ਨਿੱਜੀ ਤੌਰ ਤੇ ਵੀ ਮੇਰੇ ਨਾਲ ਉਹਨਾਂ ਦਾ ਬਹੁਤ ਪਿਆਰ ਸੀ। ਮੇਰੇ ਪਿਤਾ ਜੀ ਨਾਲ ਬਹੁਤ ਸੀਗਾ ਤੇ ਮੇਰੇ ਪਰਿਵਾਰ ਨਾਲ ਵੀ ਉਹਨਾਂ ਦਾ ਬਹੁਤ ਪਿਆਰ ਸੀ। ਜਿਸ ਵੇਲੇ ਬਿਮਾਰ ਹੁੰਦੇ ਆ ਉਸ ਟਾਈਮ ਵੀ ਮੈਂ ਆਉਂਦਾ ਰਿਹਾ ਜਾਂ ਉਹਦੇ ਤੋਂ ਪਹਿਲਾਂ ਮਿਲਦੇ ਰਹੇ ਹਾਂ, ਤੇ ਇਹੋ ਜਿਹੀਆਂ ਸ਼ਖਸੀਅਤਾਂ ਦਾ ਦੁਨੀਆ 'ਚ ਆਉਣਾ ਤੇ ਚਲੇ ਜਾਣਾ, ਜਿਹੜਾ ਜਦੋਂ ਆਉਂਦੇ ਨੇ ਤੇ ਬਹੁਤ ਆਪਣੀ ਜ਼ਿੰਦਗੀ 'ਚ ਕੰਮ ਕਰਕੇ ਜਾਂਦੇ, ਜਦੋਂ ਜਾਂਦੇ ਨੇ ਤੇ ਆਪਣੀਆਂ ਯਾਦਾਂ ਛੱਡ ਕੇ ਜਾਂਦੇ ਨੇ। ਅੱਜ ਉਹਨਾਂ ਦੀਆਂ ਯਾਦਾਂ ਸਾਡੇ ਕੋਲ ਨੇ, ਉਹਨਾਂ ਦੇ ਕੰਮ, ਉਹਨਾਂ ਦੀ ਇਮਾਨਦਾਰੀ, ਉਹਨਾਂ ਦੀ ਲਗਨ, ਤੇ ਇਹੋ ਗੁਰੂ ਅੱਗੇ ਅਰਦਾਸ ਕਰਾਂਗੇ ਕਿ ਉਹਨਾਂ ਦੇ ਪਰਿਵਾਰ ਨੂੰ, ਸਾਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ, ਔਰ ਉਹਨਾਂ ਦੇ ਜਿਹੜਾ ਰਸਤਾ ਜਿਹੜਾ ਦਿਖਾ ਕੇ ਗਈ ਸੱਚਾਈ ਦਾ, ਉਹਦੇ 'ਤੇ ਚੱਲਣ ਦਾ ਸਾਰੀ ਕੋਸ਼ਿਸ਼ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਪੀਐਮ ਕੇਅਰ ਫੰਡ ਤਹਿਤ ਨੁਕਸਦਾਰ ਵੈਂਟੀਲੇਟਰਸ ਦੀ ਖਰੀਦ ਦੀ ਜਾਂਚ ਦੇ ਹੁਕਮ ਦੇਣ, ਕਿਉਂਕਿ ਰਿਪੋਰਟਸ ਵਿੱਚ ਸਾਹਮਣੇ ਆਇਆ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਨੂੰ ਫੰਡ ਦੇ ਤਹਿਤ ਪ੍ਰਾਪਤ ਹੋਏ 80 ਵਿੱਚੋਂ 71 ਵੈਂਟੀਲੇਟਰ ਨੁਕਸਦਾਰ ਨੇ। ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਲੈਟਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਹੈ ਕਿ ਮੈਨੂੰ ਯਕੀਨ ਹੈ ਕਿ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਨੁਕਸਦਾਰ ਅਤੇ ਮਾੜੀ ਕੁਆਲਿਟੀ ਦੇ ਵੈਂਟੀਲੇਟਰ ਕੌਮੀ ਸਿਹਤ ਐਮਰਜੈਂਸੀ ਵੇਲੇ ਸਪਲਾਈ ਕਰਨਾ ਇੱਕ ਫੌਜਦਾਰੀ ਅਪਰਾਧ ਹੈ। ਇਸ ਲਈ ਜ਼ਿੰਮੇਵਾਰ ਕੰਪਨੀ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਉਸ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਵੀ ਹੋਣੀ ਚਾਹੀਦੀ ਹੈ।
ਵੱਧ ਤੋਂ ਵੱਧ ਕੋਵਿਡ-19 ਟੀਕਾਕਰਨ ਸਹੂਲਤ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਜ਼ਿਲ੍ਹਾ ਮੋਹਾਲੀ ਪ੍ਰਸ਼ਾਸਨ ਵੱਲੋਂ 2 ਡਰਾਈਵ-ਥਰੂ ਟੀਕਾਕਰਨ ਕੇਂਦਰ ਸਥਾਪਿਤ ਕੀਤੇ ਗਏ ਨੇ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਚਾਅ ਦਾ ਇੱਕੋ ਇੱਕ ਸਾਧਨ ਟੀਕਾਕਰਨ ਹੈ। ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਟੀਕਾਕਰਨ ਸਹੂਲਤ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਉੱਥੇ ਦੂਜੇ ਪਾਸੇ ਮੋਹਾਲੀ ਦੇ ਸੈਕਟਰ 78 ਵਿਚਲੇ ਸਪੋਰਟਸ ਕੰਪਲੈਕਸ ਵਿਖੇ ਕੋਵਿਸ਼ੀਲਡ ਵੈਕਸੀਨੇਸ਼ਨ ਕੈਂਪ ਦੀ ਸ਼ੁਰੂਆਤ ਵੀ ਕੀਤੀ ਗਈ। ਇਸ ਮੌਕੇ TSI ਹਸਪਤਾਲ ਟੀਮ ਦੇ ਡਾਕਟਰਸ ਨੇ ਦੱਸਿਆ ਕਿ ਇਸ ਕੈਂਪ ਵਿੱਚ ਲੋਕ ਆਪੋ ਆਪਣੇ ਵਾਹਨਾਂ ਤੇ ਆਉਂਦੇ ਨੇ ਅਤੇ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਬਿਨਾਂ ਵਾਹਨ ਤੋਂ ਉਤਰੇ ਅਤੇ ਬਿਨਾਂ ਕਿਸੇ ਇਕੱਠ ਤੋਂ ਉਹਨਾਂ ਦਾ ਵੈਕਸੀਨ ਲਗਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹ ਕੈਂਪ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਾਰੀ ਰਹੇਗਾ ਅਤੇ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੱਥੇ ਆ ਕੇ ਕੋਰੋਨਾ ਵੈਕਸੀਨ ਲਗਵਾਉਣ ਤਾਂ ਜੋ ਇਸ ਮਹਾਮਾਰੀ ਨੂੰ ਠੱਲ ਪਾਈ ਜਾ ਸਕੇ। ਇਹ ਅੱਜ ਫਸਟ ਡੇ ਸਟਾਰਟ ਹੋਇਆ, ਬਸ ਇਹ ਡੇਲੀ ਬੇਸਿਸ ਦੇ ਉੱਤੇ ਹੁਣ ਰੋਜ਼ ਚੱਲਣੀ ਹੈ। ਕਿੰਨੀ ਵੈਕਸੀਨ ਆਈ ਹੈ ਤੁਹਾਡੇ ਕੋਲ? ਸਾਡੇ ਕੋਲ ਵੈਸੇ ਨੀਡ ਦੇ ਹਿਸਾਬ ਨਾਲ ਆਈ ਜਾ ਰਹੀ ਹੈ, ਜਿਸ ਤਰ੍ਹਾਂ ਮਤਲਬ ਜੋ ਕੰਜ਼ੰਪਸ਼ਨ ਦੇ ਹਿਸਾਬ ਨਾਲ, ਬਟ ਹੋ ਗਿਆ 350 ਤੋਂ ਪਲੱਸ ਤਾਂ ਲੱਗ ਹੀ ਗਏ ਨੇ ਹੁਣ। ਲੋਕਾਂ ਦਾ ਕਿੰਨਾ ਕੁ ਉਤਸ਼ਾਹ ਹੈ, ਮਤਲਬ ਜਿਹੜੇ ਆ ਰਹੇ ਨੇ? ਕਾਫੀ ਵਧੀਆ ਰਿਸਪੌਂਸ ਮਿਲਿਆ ਸੀ, ਨਾ ਐਕਸਪੈਕਟ ਨਹੀਂ ਸੀ, ਬਟ ਵਧੀਆ ਰਿਸਪੌਂਸ ਮਿਲਿਆ। ਹੁਣ ਤੱਕ ਕਿੰਨੇ ਕੁ ਮਤਲਬ ਆ ਚੁੱਕੇ ਨੇ ਲੋਕ ਜਿਨ੍ਹਾਂ ਨੇ? 350 ਪਲੱਸ ਤਾਂ ਹੋ ਹੀ ਗਏ ਨੇ। 350 ਪਲੱਸ ਤਾਂ ਲਾਈਨ ਤਾਂ ਨਹੀਂ ਲੱਗ ਰਹੀ ਲੰਬੀ ਕੋਈ? ਨਹੀਂ, ਬਿਲਕੁਲ ਇਸ ਤਰ੍ਹਾਂ ਨਹੀਂ, ਬਹੁਤ ਅੱਛੇ ਤਰੀਕੇ ਦੇ ਨਾਲ ਉਹ ਕੰਟੀਨਿਊ ਕਰ ਰਿਹਾ। ਕੋਈ ਇਸ ਤਰ੍ਹਾਂ ਕਰਾਊਡਿੰਗ ਨਹੀਂ ਹੋ ਰਹੀ ਹੈ, ਵਧੀਆ ਸੋਸ਼ਲ ਡਿਸਟੈਂਸਿੰਗ ਵੀ ਮੇਨਟੇਨ ਹੋ ਪਾ ਰਹੀ ਹੈ। ਕਿੱਦਾਂ ਰਜਿਸਟ੍ਰੇਸ਼ਨ ਹੁੰਦੀ ਹੈ ਕਿ ਉਹ ਪਿੱਛੇ ਬੂਥ ਹੈ ਜਿਹੜਾ ਉਹਦੇ ਤੇ ਰਜਿਸਟ੍ਰੇਸ਼ਨ ਹੁੰਦੀ ਹੈ ਪਹਿਲਾਂ, ਉਹ ਮਤਲਬ ਜੋ ऑन स्पॉट रजिस्ट्रेशन हो रही है और अपने व्हीकल ਦੇ ਵਿੱਚ ਹੀ ਰਹਿੰਦੇ ਆ, ਉੱਥੋਂ ਹੀ ਰਜਿਸਟ੍ਰੇਸ਼ਨ ਕਰਾ ਕੇ ਬਸ ਅਗਲੇ ਨੈਕਸਟ ਬੂਥ ਦੇ ਉੱਤੇ ਵੈਕਸੀਨੇਸ਼ਨ ਹੁੰਦੀ ਹੈ। ਉਸ ਤੋਂ ਬਾਅਦ ਅੱਗੇ ਵੇਟ ਕਰਦੇ ਆ, 20-25 ਮਿੰਟ ਵੇਟ ਕਰਨਾ ਪੈਂਦਾ, ਉਸ ਤੋਂ ਬਾਅਦ ਆਬਜ਼ਰਵੇਸ਼ਨ ਪੀਰੀਅਡ ਤੋਂ ਬਾਅਦ ਉਹ ਜਾ ਸਕਦੇ ਆ। ਮੈਸੇਜ ਕੀ ਦੇਣਾ ਚਾਹੋਗੇ ਲੋਕਾਂ ਨੂੰ ਜਿਹਨਾਂ ਨੇ ਹਜੇ ਤੱਕ ਵੈਕਸੀਨ ਨਹੀਂ ਲਗਾਈ ਹੈ, ਕਿਸ ਤਰ੍ਹਾਂ ਦਾ ਡਰ ਹੈ? ਬਹੁਤ ਉਹਨਾਂ ਨੂੰ ਇਹੀ ਹੈ ਕਿ ਬਈ ਵੈਕਸੀਨ ਲਗਵਾਓ, ਠੀਕ ਹੈ। ਇਟਸ ਅ ਗੁੱਡ, ਉਹ ਕੋਈ ਇੱਦਾਂ ਡਰਨ ਵਾਲੀ ਕੋਈ ਉਹ ਨਹੀਂ ਹੈ ਇਹਦੇ 'ਚ। ਵੈਕਸੀਨੇਸ਼ਨ ਇਜ਼ ਗੁੱਡ। ਦੇਖੋ ਅਸੀਂ ਸਭ ਤੋਂ ਪਹਿਲਾਂ ਲਗਵਾਈ ਹੈ, ਹੈਲਥ ਕੇਅਰ ਵਰਕਰਸ ਨਹੀਂ ਲੱਗੀ ਸੀ, ਅਗਰ ਉਹ ਲਗਵਾ ਰਹੇ ਨੇ ਦੈਟ ਮੀਨਸ ਕੋਈ ਇਸ ਤਰ੍ਹਾਂ ਡਰਨ ਵਾਲੀ ਗੱਲ ਨਹੀਂ ਹੈ। ਲੋਕਾਂ ਦੇ ਵਿੱਚ ਡਰ ਹੈ, ਬਟ ਇਸ 'ਚ ਕੋਈ ਡਰਨ ਵਾਲੀ ਗੱਲ ਨਹੀਂ ਹੈ। ਇਟਸ ਸੇਫ, ਗੁੱਡ ਐਂਡ ਸੇਫ। ਸਟਾਫ ਲਾਇਆ ਗਿਆ ਇੱਥੇ ਸਿਹਤ ਵਿਭਾਗ ਵੱਲੋਂ ਜਿਹੜੀ ਚੱਲ ਰਹੀ ਹੈ ਇਸ ਜਗ੍ਹਾ ਤੇ ਪ੍ਰੈਜ਼ੈਂਟਲੀ 2 ਸਾਈਡ ਤੋਂ ਵੈਕਸੀਨੇਸ਼ਨ ਚੱਲ ਰਹੀ ਹੈ, ਠੀਕ ਹੈ। ਮਤਲਬ ਸਾਈਮਲਟੇਨੀਅਸਲੀ 2 ਸਾਈਡ ਤੋਂ ਚੱਲ ਰਹੀ ਹੈ ਵੈਕਸੀਨੇਸ਼ਨ। ਸੋ ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਅਪਡੇਟਸ ਦੇ ਲਈ ਲਗਾਤਾਰ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।